ਭੂਰਿਆਂ ਵਾਲੇ ਰਾਜੇ ਕੀਤੇ ਭਾਗ ਚੌਥਾ। ਚੱਪੜ ਚਿੜੀ ਦੀ ਜੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਬੰਦਾ ਸਿੰਘ ਨੇ ਸ਼ਹਿਰ ਖਰਖੋਡੇ ਨਜ਼ਦੀਕ ਪਿੰਡ ਖੰਡੇ ਪਾਸ ਦਿੱਲੀ ਨੂੰ ਜਾ ਰਿਹਾ ਸ਼ਾਹੀ ਖਜ਼ਾਨਾ, ਹਥਿਆਰ, ਘੋੜੇ ਤੇ ਬਹੁਤ ਸਾਰਾ ਮਾਲ ਅਸਬਾਬ ਲੁੱਟ ਲਿਆ ਸੀ ਤੇ ਫੌਜੀ ਦਸਤਾ ਮਾਰ ਖਾ ਕੇ ਭੱਜ ਗਿਆ, ਤਾਂ ਵਜ਼ੀਰ ਖਾਂ ਵੀ ਸਮਝ ਗਿਆ ਸੀ ਕਿ ਉਸ ਦੇ ਸਿਰ ਤੇ ਵੀ ਛੇਤੀ ਹੀ ਕਿਆਮਤ ਟੁੱਟਣ ਵਾਲੀ ਹੈ। ਉਸ ਨੇ ਬੜੀ ਜ਼ਬਰਦਸਤ ਤਿਆਰੀ ਆਰੰਭੀ ਹੋਈ ਸੀ। ਉਹ ਦਿਨ ਵੀ ਆ ਪਹੁੰਚਿਆ ਜਦ ਕੀਤੀਆਂ ਕਰਤੂਤਾਂ ਦਾ ਫਲ ਝੋਲੀ ਪੈਣਾ ਸੀ। ਦੋਵੇਂ ਦਲ ਚੱਪੜ ਚਿੜੀ ਦੇ ਮੈਦਾਨ ਵਿੱਚ 12 ਮਈ 1710 ਵਾਲੇ ਦਿਨ ਮੱਥੇ ਜੋੜ ਕੇ ਜੁਟ ਪਏ। ਤੋਪਾਂ ਦੀ ਗੜਗੜਾਹਟ ਤੇ ਵਰਦੀ ਅੱਗ ਨੇ ਲੋਟੂ ਟੋਲੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਨੂੰ ਵੇਖ ਕੇ ਲੁੱਟ ਮਾਰ ਦੇ ਲਾਲਚ ਵਸ ਹੋ ਕੇ ਨਾਲ ਨਾਲ ਗਏ ਸਨ, ਧੂੜ ਦੇ ਬੱਦਲਾਂ ਵਾਂਗ ਕਿਧਰੇ ਉਡਾ ਦਿੱਤੇ। ਧਰਮੀ ਤੇ ਅਸਲੀ ਸਿੰਘ ਤੋਪਾਂ, ਬੰਦੂਕਾਂ ਤੇ ਤੀਰਾਂ ਦੀ ਵਿਛਾੜ ਮੂਹਰੇ ਸੀਨੇ ਤਾਣ ਚਟਾਨਾਂ ਵਾਂਗ ਡਟ ਗਏ। ਬੰਦਾ ਸਿੰਘ ਦੇ ਸੂਰਮੇ ਸਿੰਘਾਂ ਪਾਸ ਕਿਸੇ ਤੋਪ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸੇ ਵਿਰਲੇ ਟਾਵੇਂ ਪਾਸ ਗਜ਼ ਨਾਲ ਠੋਕ ਕੇ ਚਲਾਉਣ ਵਾਲਾ ਆਰਾਮ ਜੰਗਾ ਬੰਦੂਕ, ਕੁਝ ਪਾਸ ਤੀਰ ਕਮਾਨ, ਬਹੁਤਿਆਂ ਪਾਸ ਵਰਸ਼ੇ ਤੇ ਕਿਰਪਾਨਾਂ ਹੀ ਸਨ। ਪਰ ਸਭ ਤੋਂ ਵੱਡਾ ਹਥਿਆਰ ਉਹਨਾਂ ਪਾਸ ਮਰ ਮਿਟਣ ਦਾ ਜਜ਼ਬਾ ਤੇ ਸ਼ਹਾਦਤ ਪਾਉਣ ਦੀ ਸਿੱਖ ਸੀ। ਗੁਰੂ ਘਰ ਦਾ ਵੈਰੀ ਤੇ ਸਾਹਿਬਜ਼ਾਦਿਆਂ ਦਾ ਕਾਤਲ ਅੱਜ ਅੱਖਾਂ ਦੇ ਸਾਹਮਣੇ ਸੀ। ਚੜ੍ਹਦੇ ਸੂਰਜ ਦੀ ਲਾਲੀ ਵਾਂਗ ਸਿੰਘ ਰੋਹ ਨਾਲ ਲਾਲੋ ਲਾਲ ਹੋਏ ਪਏ ਸਨ। ਅੱਜ ਮੈਦਾਨ ਚੋਂ ਜਿਉਂਦਾ ਇੱਕ ਧਿਰ ਹੀ ਵਾਪਸ ਪਰਤੂਗਾ। ਇੱਕ ਵਾਰ ਤਾਂ ਲੜਾਈ ਨੇ ਇਹ ਰੰਗ ਧਾਰ ਲਿਆ ਕਿ ਲੱਗਦਾ ਸੀ ਸ਼ਾਹੀ ਫੌਜ ਹਾਵੀ ਹੋਈ ਕਿ ਹੋਈ, ਪਰ ਦੂਜੇ ਪਾਸੇ ਸਿੰਘ ਨਾ ਹਿੱਲੇ ਨਾ ਥਿੜਕੇ, ਬਿਲਕੁਲ ਅਡੋਲ ਤੇ ਸਾਬਤ ਕਦਮ ਰਹੇ। ਤੋਪਾਂ ਚੋਂ ਛੁੱਟੇ ਸੁਰਖ ਹੋਏ ਗਰਾਬਾਂ ਤੇ ਭਖਦੀਆਂ ਲੋਹੇ ਦੀਆਂ ਜ਼ੰਜੀਰਾਂ ਨੇ ਬੰਦਾ ਸਿੰਘ ਦੇ ਸਿੰਘਾਂ ਦਾ ਬੜਾ ਹੀ ਨੁਕਸਾਨ ਕੀਤਾ। ਦਵੱਲਿਓਂ ਲਾਸ਼ਾਂ ਨਾਲ ਮੈਦਾਨ ਅੱਟ ਗਿਆ। ਸਿੰਘ ਪੁਰਜਾ ਪੁਰਜਾ ਹੋ ਕੇ ਡਿੱਗ ਰਹੇ ਸਨ, ਪਰ ਕੀ ਮਜਾਲ ਕਿਸੇ ਨੇ ਕਦਮ ਪਛਾਂ ਹਟਾਏ ਹੋਣ। ਹੁਣ ਬੰਦਾ ਸਿੰਘ ਜੋ ਇੱਕ ਉੱਚੀ ਟਿੱਬੀ ਤੋਂ ਲੜਾਈ ਦਾ ਰੰਗ ਢੰਗ ਵੇਖ ਰਿਹਾ ਸੀ, ਘੋੜਾ ਛੇੜ ਕੇ ਆਪ ਭੱਖ ਚੁੱਕੀ ਲੜਾਈ ਵਿਚਕਾਰ ਆ ਗਿਆ। ਸਿੰਘਾਂ ਦਾ ਜੋਸ਼ ਦੂਣ ਸਵਾਇਆ ਹੋ ਗਿਆ। ਫਰਨ ਫਰਨ ਤੇਗਾਂ ਚੱਲਣ ਲੱਗੀਆਂ। ਸਿਰ, ਲੱਤਾਂ, ਬਾਹਾਂ ਤੇ ਧੜ ਝੜ ਝੜ ਡਿੱਗਣ ਲੱਗੇ। ਨੇਜ਼ੇ ਗਰਜ ਗਰਜ ਸੀਨੇ ਪਾੜ ਰਹੇ ਸਨ। ਕਿਧਰੇ ਕੁੱਲੇ ਤੇ ਖੌਦ ਰੁਲ ਰਹੇ ਸਨ, ਕਿਧਰੇ ਸਿੰਘਾਂ ਦੇ ਕੱਟੇ ਹੋਏ ਸੀਸ ਘੋੜਿਆਂ ਦੇ ਪੌੜਾਂ ਥੱਲੇ ਮਿੱਧੇ ਜਾ ਰਹੇ ਸਨ। ਤੋਪਾਂ ਦੀ ਗੜਗੜਾਹਟ, ਘੋੜਿਆਂ ਦੀ ਹਿਣਹਣਾਹਟ, ਹਾਥੀਆਂ ਦੀਆਂ ਚਿੰਗਾੜਾਂ, ਅੱਲਾਹੂ ਅਕਬਰ ਦੇ ਨਾਰੇ ਤੇ ਸਿੰਘਾਂ ਦੇ ਸਤਿ ਸ੍ਰੀ ਅਕਾਲ ਦੇ ਜੈਕਾਰੇ, ਘਾਇਲਾਂ ਦੀ ਹਾਏ ਹਾਏ, ਮੌਤ ਦਾ ਭਿਆਨਕ ਨਾਚ, ਮਾਨੋ ਪਰਲੋ ਹੀ ਆ ਗਈ ਹੋਈ। ਕਿਸੇ ਨੂੰ ਕੁਝ ਸੋਚ ਨਹੀਂ ਸੀ ਰਿਹਾ ਕਿ ਕੀ ਹੋਣ ਵਾਲਾ ਹੈ। ਵਜ਼ੀਰ ਖਾਂ ਨੇ ਅੱਲਾ ਤੇ ਰਸੂਲ ਦਾ ਵਾਸਤਾ ਪਾਇਆ, ਮਲੇਰ ਕੋਟਲੀਆਂ ਨੂੰ ਉਭਾਰਿਆ। ਮਰਤਬੇ ਵਧਾਉਣ ਦੇ ਵਾਅਦੇ ਦੇ ਨਾਲ ਸਿੰਘਾਂ ਦੇ ਵੱਧ ਰਹੇ ਜਲਗਾਰ ਦਾ ਡਰਾਵਾ ਵੀ ਕਿ ਜੇ ਪੂਰਾ ਤਾਣ ਨਾ ਲਾਇਆ ਤੇ ਕਿਸੇ ਕਿਸਮ ਦੀ ਢਿੱਲ ਕੀਤੀ ਤਾਂ ਸਮਝੋ ਸਿੱਖ ਕਾਫਰਾਂ ਦੀ ਤਲਵਾਰ ਤੁਹਾਨੂੰ ਜਿੰਦਾ ਬਚ ਕੇ ਨਹੀਂ ਜਾਣ ਦੇਵੇਗੀ। ਅੱਜ ਦਾ ਦਿਨ ਕਿਆਮਤ ਦਾ ਦਿਨ ਸਮਝੋ, ਜਿੱਤਣ 'ਚ ਹੀ ਸਾਡਾ ਤੁਹਾਡਾ ਬਚਾਅ ਹੈ। ਹਾਰ ਦੀ ਸ਼ਕਲ ਵਿੱਚ ਆਪਾਂ ਨੇ ਤਾਂ ਮਰਨਾ ਹੀ ਹੈ। ਤੁਹਾਡਾ ਬਾਲ ਬੱਚਾ ਵੀ ਜਿਉਂਦਾ ਨਹੀਂ ਛੱਡਣਗੇ, ਤੁਹਾਡੀ ਨਸਲ ਹੀ ਖਤਮ ਹੋ ਜਾਵੇਗੀ। ਇੱਥੋਂ ਨੱਸ ਕੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਸੋ ਗਾਜੀਓ, ਤੌਹੀਦ ਦਾ ਨਾਰਾ ਮਾਰ ਕੇ ਅੱਗੇ ਵਧੋ, ਵੱਧ ਕੇ ਹੱਥ ਮਾਰੋ। ਦੁਸ਼ਮਣ ਗਿਣਤੀ ਵਿੱਚ ਵੀ ਘੱਟ ਹੈ ਤੇ ਉਸ ਪਾਸ ਤੁਹਾਡੇ ਵਰਗੇ ਹਥਿਆਰ ਵੀ ਨਹੀਂ। ਉਹਨਾਂ ਪਾਸ ਕੋਈ ਤੋਪਖਾਨਾ ਨਹੀਂ, ਤੁਹਾਡੇ ਪਾਸ ਵਧੀਆ ਬੰਦੂਕਾਂ ਹਨ। ਉਹਨਾਂ ਦੇ ਤੀਰਾਂ ਤੋਂ ਤੁਹਾਨੂੰ ਕਾਹਦਾ ਡਰ ਹੈ? ਅੱਲਾ ਦੇ ਸ਼ੇਰੋ, ਹੈਦਰੀ ਨਾਰਾ ਲਾ ਕੇ ਹੱਥੋਂ ਹੱਥੀ ਫੜ ਲਓ। ਫਿਰ ਆਕਾਸ਼ ਕੰਬਾਊ ਨਾਰੇ ਗੂੰਜੇ, ਜਾ ਅਲੀ, ਜਾ ਅਲੀ। ਲੜਾਈ ਦਾ ਰੁਖ ਹੋਰ ਬਦਲ ਗਿਆ। ਤੇਗਾਂ ਦੀਆਂ ਢਾਲਾਂ ਤੇ ਸੱਟਾਂ ਜਿਉਂ ਐਰਨ ਤੇ ਵਦਾਨ ਦੀਆਂ ਸੱਟਾਂ ਪੈਂਦੀਆਂ ਹਨ, ਇੰਜ ਪੈਣ ਲੱਗੀਆਂ। ਸੂਰਮਿਆਂ ਮਾਰ ਮਾਰ ਢਾਲਾਂ ਤੇ ਮੜੇ ਹੋਏ ਗੈਂਡਿਆਂ ਗੂਹਾਂ ਦੇ ਚਮੜੇ ਉਧੇੜ ਸੁੱਟੇ। ਤੇਗਾਂ ਦੇ ਫਲ ਟੁੱਟੇ,
ਕਈ ਢਾਲਾਂ ਮਕਈ ਦੇ ਟੋਕ ਦੀਆਂ ਬੁਰਕੀਆਂ ਵਾਂਗ ਟੁੱਟ ਟੁੱਟ ਡਿੱਗੀਆਂ। ਇੰਜ ਲੱਗ ਰਿਹਾ ਸੀ ਜਿਵੇਂ ਲੜਾਈ ਸਿਖਰ ਤੇ ਆ ਕੇ ਖਲੋ ਗਈ ਹੈ। ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਆਪਣੀ ਫੌਜ ਨਾਲ ਸੱਜੇ ਹੱਥ ਸੀ। ਦੀਵਾਨ ਸੁੱਚਾਨੰਦ ਖੱਬੇ ਹੱਥ ਵਾਲੀ ਫੌਜ ਦਾ ਕਮਾਂਡਰ ਸੀ ਤੇ ਵਜ਼ੀਰ ਖਾਂ ਆਪ ਵਿਚਕਾਰ ਵਾਲੀ ਫੌਜ ਦਾ ਜਰਨੈਲ ਸੀ। ਦੂਜੇ ਪਾਸੇ ਸੱਜੇ ਹੱਥ ਬਾਜ ਸਿੰਘ ਸੁੱਚਾਨੰਦ ਦੇ ਸਾਹਮਣੇ, ਵਿਚਕਾਰ ਬੰਦਾ ਸਿੰਘ ਵਜ਼ੀਰ ਖਾਂ ਦੇ ਮੂਹਰੇ ਤੇ ਬਾਬਾ ਬਨੋਦ ਸਿੰਘ ਖੱਬੇ ਪਾਸੇ ਨਵਾਬ ਮਲੇਰ ਕੋਟਲੇ ਦੇ ਆਹਮਣੇ ਸਾਹਮਣੇ। ਸੁੱਚਾਨੰਦ ਬਾਜ ਸਿੰਘ ਦੇ ਹੱਲਿਆਂ ਅੱਗੇ ਅੜ ਨਾ ਸਕਿਆ ਤੇ ਭੱਜ ਖਲੋਤਾ, ਪਰ ਸਿੰਘਾਂ ਨਿਕਲ ਨਾ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਫੜਿਆ ਗਿਆ। ਸ਼ੇਰ ਮੁਹੰਮਦ ਦਾ ਹੱਥ ਭਾਵੇਂ ਉੱਤੇ ਸੀ, ਪਰ ਉਹ ਬਨੋਦ ਸਿੰਘ ਨੂੰ ਪੈਰੋਂ ਨਾ ਹਿਲਾ ਸਕਿਆ। ਉਸਨੇ ਬੜੇ ਜੋਸ਼ ਨਾਲ ਇੱਕ ਤੋਂ ਇੱਕ ਕਰ ਦੇਣ ਦਾ ਹੱਲਾ ਕੀਤਾ। ਬਨੋਦ ਸਿੰਘ ਦੇ ਆਦਮੀ ਜਮੇ ਰਹੇ, ਪਰ ਖਾਨ ਦੀ ਪੇਸ਼ ਨਾ ਗਈ। ਆਪਣੇ ਜਵਾਨਾਂ ਨੂੰ ਲਲਕਾਰ ਹੀ ਰਿਹਾ ਸੀ ਜਦ ਉਸ ਦੇ ਸੀਨੇ ਚੋਂ ਗੋਲੀ ਪਾਰ ਹੋ ਗਈ। ਆਗੂ ਮਰਿਆ ਵੇਖ ਕੇ ਉਸ ਦੇ ਸਿਪਾਹੀ ਬੇਦਲ ਹੋ ਕੇ ਨਸੇ ਹੀ ਸਨ ਕਿ ਬਾਜ ਸਿੰਘ, ਜੋ ਸੁੱਚਾਨੰਦ ਦੇ ਆਦਮੀਆਂ ਨੂੰ ਖੇਰੂ ਖੇਰੂ ਕਰ ਚੁੱਕਾ ਸੀ, ਇਨ੍ਹਾਂ ਭੱਜਦਿਆਂ ਤੇ ਟੁੱਟ ਪਿਆ। ਪਲ ਭਰ ਵਿੱਚ ਲਾਸ਼ਾਂ ਦੇ ਸੱਥਰ ਵਿਛ ਗਏ। ਹੁਣ ਬਨੋਦ ਸਿੰਘ, ਬਾਜ ਸਿੰਘ ਬੰਦਾ ਸਿੰਘ ਵਾਲੇ ਪਾਸੇ ਹੋਏ ਤੇ ਵਜ਼ੀਰ ਖਾਂ ਦੇ ਲਸ਼ਕਰ ਨੂੰ ਸੰਨੀ ਵਿੱਚ ਲੈ ਲਿਆ। 12 ਮਈ ਦੀ ਤਿੱਖੜ ਦੁਪਹਿਰ ਆਪਣਾ ਜੋਬਨ ਵਿਖਾ ਰਹੀ ਸੀ ਜਦ ਵਜ਼ੀਰ ਖਾਂ ਮਾਰਿਆ ਗਿਆ। ਉਸ ਦਾ ਸਿਰ ਵੱਢ ਕੇ ਇੱਕ ਸਿੰਘ ਲੈ ਕੇ ਉਸੇ ਦੇ ਹਾਥੀ ਤੇ ਚੜ੍ਹ ਗਿਆ ਤੇ ਨੇਜੇ ਤੇ ਟੰਗੇ ਹੋਏ ਸਿਰ ਨੂੰ ਉਤਾਂਹ ਕੀਤਾ। ਜਦ ਉਸ ਦੇ ਅਫਸਰਾਂ ਤੇ ਸਿਪਾਹੀਆਂ ਨੇ ਆਪਣੇ ਆਗੂ ਦਾ ਸਿਰ ਵੱਢਿਆ ਹੋਇਆ ਨੇਜੇ ਤੇ ਟੰਗਿਆ ਵੇਖਿਆ ਤਾਂ ਸਭ ਦਿਲ ਹਾਰ ਕੇ ਮੈਦਾਨੋਂ ਸਰਹੰਦ ਵੱਲ ਨੂੰ ਭੱਜ ਤੁਰੇ। ਸਿੰਘਾਂ ਦੇ ਘੋੜ ਸਵਾਰ ਨੇਜੇ ਤੇਗਾਂ ਲੈ ਕੇ ਮੋਢੀ ਚੜ੍ਹ ਗਏ। ਚੱਪੜਚਿੜੀ ਤੋਂ ਸਰਹੰਦ 20 ਕਿਲੋਮੀਟਰ ਹੈ। ਇਹ ਸਾਰਾ ਰਾਹ ਭਗੌੜਿਆਂ ਦੀਆਂ ਲਾਸ਼ਾਂ ਨਾਲ ਅੱਟ ਦਿੱਤਾ। 12 ਮਈ 1710 ਈਸਵੀ ਦੀ ਦੁਪਹਿਰ ਤੱਕ ਇਹ ਲਹੂ ਵੀਟਵੀਂ ਲੜਾਈ ਖਤਮ ਹੋ ਗਈ। ਇਸੇ ਦਿਨ ਰਾਤ ਦੇ ਹਨੇਰੇ ਵਿੱਚ ਸਿੰਘਾਂ ਸਰਹੰਦ ਅੱਪੜ ਕੇ ਕਿਲੇ ਨੂੰ ਘੇਰਾ ਪਾ ਲਿਆ। ਅਗਲੇ ਦਿਨ 13 ਮਈ 1710 ਈਸਵੀ ਨੂੰ ਕਿਲੇ ਦੀਆਂ ਦੀਵਾਰਾਂ ਉੱਪਰ ਚੜ੍ਹਾਈਆਂ ਤੋਪਾਂ ਨੇ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ। ਦੁਪਹਿਰ ਤੱਕ ਸਿੱਖਾਂ ਕਈ ਦਰਵਾਜ਼ੇ ਤੋੜ ਲਏ ਤੇ ਫਿਰ ਛੇਤੀ ਹੀ ਕਿਲਾ ਸਾਰ ਹੋ ਗਿਆ ਤੇ ਸਿੱਖ ਸ਼ਹਿਰ ਵਿੱਚ ਵੜ ਗਏ। ਫੇਰ ਖਾਨਦਾਨਾਂ ਦੇ ਖਾਨਦਾਨ ਮਿਟ ਗਏ। ਸ਼ਹਿਰ ਦੀ ਉਹ ਬਰਬਾਦੀ ਹੋਈ ਕਿ ਰਹੇ ਰੱਬ ਦਾ ਨਾਮ। ਸ਼ਹਿਰ ਤੇ ਕਿਆਮਤ ਛਾ ਗਈ। ਸਰਕਾਰੀ ਖਜ਼ਾਨਾ ਤੇ ਹੋਰ ਕੀਮਤੀ ਮਾਲ ਅਸਬਾਬ ਜੋ 2 ਕਰੋੜ ਰੁਪਏ ਦੀ ਮਲਕੀਅਤ ਦਾ ਸੀ, ਬੰਦਾ ਸਿੰਘ ਦੇ ਹੱਥ ਆਇਆ ਤੇ ਇਹ ਲੋਹਗੜ੍ਹ ਵਿਖੇ, ਜਿਸ ਨੂੰ ਬੰਦਾ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ ਸੀ, ਪਹੁੰਚਾ ਦਿੱਤਾ। ਬਹੁਤ ਸਾਰੇ ਉੱਚ ਪੱਧਰ ਦੇ ਮੁਸਲਮਾਨਾਂ ਨੇ ਸਿੱਖ ਧਰਮ ਕਬੂਲ ਕੇ ਜਾਨਾਂ ਬਚਾਈਆਂ। ਜਲਾਲਦੀਨ ਰਹੀਲੇ ਦਾ ਪੁੱਤ ਦੀਨਦਾਰ ਖਾਂ ਅੰਮ੍ਰਿਤ ਛਕ ਕੇ ਦੀਨਦਾਰ ਸਿੰਘ ਬਣ ਗਿਆ। ਇਸੇ ਤਰ੍ਹਾਂ ਸਰਹੰਦ ਦਾ ਦਰਬਾਰੀ ਰੋਜ਼ ਨਾਮਚਾ ਨਵੀਸ ਮੀਰ ਨਸੀਰ ਖਾਂ ਮੀਰ ਨਸੀਰ ਸਿੰਘ ਹੋ ਗਿਆ। ਮੁਗਲ ਰਾਜ ਦੀਆਂ ਫੌਜਾਂ ਨੂੰ ਖਾਲਸੇ ਹੱਥੋਂ ਚੱਪੜਚਿੜੀ ਦੇ ਮੁਕਾਮ ਤੇ ਬੜੀ ਵੱਡੀ ਹਾਰ ਹੋਈ ਤੇ ਲਗਭਗ ਸਾਰੀ ਫੌਜ ਤਬਾਹ ਕਰ ਦਿੱਤੀ ਗਈ। ਸਰਹੰਦ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ ਗਿਆ। 42 ਦੁਸ਼ਟ ਜ਼ਾਲਮਾਂ ਦੀ ਲਿਸਟ ਚੋਂ ਕੁਝ ਬਿਰਲੇ ਟਾਵੇਂ ਹੀ ਬਚੇ, ਬਾਕੀ ਸਭ ਤਹਿ ਤੇਗ ਕਰ ਦਿੱਤੇ ਗਏ। ਸ਼ਹਿਰ ਦਾ ਕੁਝ ਹਿੱਸਾ ਛੱਡ ਕੇ ਬਾਕੀ ਬੁਰੀ ਤਰ੍ਹਾਂ ਬਰਬਾਦ ਹੋਇਆ। ਕਿਲੇ ਵਾਲੀ ਥਾਂ ਜਿੱਥੇ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ, ਬੁਰੀ ਤਰ੍ਹਾਂ ਮਾਰ ਵਿੱਚ ਆਇਆ। ਪਰ ਇਸ ਦੇ ਬਿਲਕੁਲ ਲਾਗੇ ਹੀ ਮੁਜੱਦਦ ਅਲਫਸਾਨੀ ਦੇ ਰੋਜ਼ੇ ਤੇ ਮਜ਼ਾਰ ਨੂੰ ਕੁਝ ਨਾ ਕਹਿਣਾ ਇੱਕ ਅਰਥ ਭਰਪੂਰ ਗੱਲ ਹੈ ਕਿ ਸਭ ਸਿਆਪੇ ਦੀ ਜੜ ਦੇ ਨਿਸ਼ਾਨ ਨੂੰ ਬਖਸ਼ ਦਿੱਤਾ ਜਾਵੇ। ਇਸ ਸ਼ੇਖ ਸਰਹੰਦੀ ਨੇ ਸਿੱਖ ਧਰਮ ਨੂੰ ਖਤਮ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ਸੀ ਤੇ ਇਹ ਸਰਹੰਦੀ ਖਣਵਾਦਾ ਸਿੱਖ ਧਰਮ ਦਾ ਵੱਡਾ ਵੈਰੀ ਬਣਿਆ ਰਿਹਾ। ਮੁਗਲ ਬਾਦਸ਼ਾਹ ਜਹਾਂਗੀਰ ਤੋਂ ਲੈ ਕੇ ਉਸ ਤੋਂ ਪਿੱਛੋਂ ਹੋਣ ਵਾਲੇ ਸਾਰੇ ਬਾਦਸ਼ਾਹਾਂ ਦੀ ਮੱਤ ਭ੍ਰਿਸ਼ਟ ਕਰਕੇ ਤਵਸਬੀ ਤੇ ਜਨੂਨੀ ਬਣਾਉਣ ਵਾਲਾ ਇਹੋ ਟੱਬਰ ਸੀ।
ਔਰੰਗਜ਼ੇਬ ਵੇਲੇ ਅਹਿਮਦ ਸਰਹੰਦੀ ਦੇ ਪੋਤਰਿਆਂ ਪੜਪੋਤਰਿਆਂ ਦੇ ਵਾਰੇ ਨਿਆਰੇ ਸਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਲੈ ਕੇ ਸਾਹਿਬਜ਼ਾਦਿਆਂ, ਮਾਤਾ ਜੀ ਤੇ ਅੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਾਉਣ ਪਿੱਛੋਂ ਇਹਨਾਂ ਦੀ ਸੋਚ ਤੇ ਇਹਨਾਂ ਦਾ ਗੁੱਝਾ ਹੱਥ ਹੀ ਕੰਮ ਕਰਦਾ ਰਿਹਾ ਸੀ। ਸਿੱਖਾਂ ਨਾਲ ਕਿਸੇ ਸਮੇਂ ਵੀ ਇਹਨਾਂ ਵੈਰ ਨਹੀਂ ਛੱਡਿਆ। ਬੰਦਾ ਸਿੰਘ ਚਾਹੁੰਦਾ ਤਾਂ ਇਸ ਤਵੱਸਬ ਦੇ ਜ਼ਹਿਰੀਲੇ ਸੋਮੇ ਨੂੰ ਸਦਾ ਲਈ ਸੰਸਾਰ ਚੋਂ ਮੁਕਾ ਦਿੰਦਾ। ਇਸ ਦਾ ਨਾਮੋ ਨਿਸ਼ਾਨ ਵੀ ਨਾ ਕਿਧਰੇ ਲੱਭਦਾ। ਇਸ ਨਾਲ ਉਵੇਂ ਹੀ ਕਰ ਸਕਦੇ ਸਨ ਜਿਵੇਂ ਪਿੱਛੋਂ ਸਿੰਘਾਂ ਨਾਸਿਰ ਖਾਨ ਜਲੰਧਰੀਏ ਨਾਲ ਕੀਤੀ ਸੀ, ਜਿਸ ਨੇ ਥੰਮ ਸਾਹਿਬ ਦੀ ਬੇਹੁਰਮਤੀ ਕੀਤੀ ਸੀ। ਬੰਦਾ ਸਿੰਘ ਦਾ ਇਹਨਾਂ ਨੂੰ ਕੁਝ ਨਾ ਕਹਿਣਾ ਸਿੰਘਾਂ ਦੇ ਉਦਾਰ ਚਿੱਤ ਹੋਣ ਦੀ ਆਲਾ ਮਿਸਾਲ ਹੈ। ਉਂਝ ਭਾਵੇਂ ਸ਼ੇਖ ਅਹਿਮਦ ਸਰਹੰਦੀ ਦਾ ਪੜਪੋਤਾ ਆਪਣੀਆਂ ਅਤੇ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਕਾਲੀਆਂ ਕਰਤੂਤਾਂ ਤੋਂ ਡਰਦਾ ਚੱਪੜਚਿੜੀ ਦੀ ਲੜਾਈ ਤੋਂ ਪਹਿਲਾਂ ਹੀ ਆਪਣਾ ਬਾਲ ਬੱਚਾ ਲੈ ਕੇ ਸਰਹੰਦੋਂ ਦਿੱਲੀ ਵੱਲ ਨੂੰ ਭੱਜ ਗਿਆ ਸੀ ਤੇ ਫਿਰ ਬਹਾਦਰ ਸ਼ਾਹ ਨੂੰ ਸਰਹੰਦ ਦੇ ਮੰਦੇ ਹਾਲ ਹੋਏ ਦੱਸਣ ਲਈ ਵਜ਼ੀਰ ਖਾਨ ਦੇ ਪੁੱਤਰ ਨਾਲ ਅਜਮੇਰ ਜਾ ਬਾਦਸ਼ਾਹ ਨੂੰ ਮਿਲਿਆ ਸੀ। ਇਸਲਾਮ ਦੇ ਵਾਧੇ ਦੀਆਂ ਡੀਂਗਾਂ ਮਾਰਨ ਵਾਲੇ ਤਾਂ ਖਾਲਸੇ ਨੂੰ ਕਾਫਰ ਫੂਕਣ ਵਾਲੇ ਜਰਾ ਕੋ ਪਲ ਸਰਹੰਦ ਟਿਕਦੇ ਤਾਂ ਪਤਾ ਲੱਗ ਜਾਂਦਾ ਕਿ ਡਰਨੀਆਂ ਚਾੜ ਬਾਦਸ਼ਾਹਾਂ ਨੂੰ ਤਵੱਸਬ ਵਿੱਚ ਅੰਨ੍ਹਿਆ ਕਰਕੇ ਉਸ ਹੱਥੋਂ ਮਾਸੂਮਾਂ ਦਾ ਖੂਨ ਡੁਲਵਾ ਇਸਲਾਮ ਨੂੰ ਰੰਗ ਚੜਾਉਣਾ ਤੇ ਆਪਣਾ ਹਲਵਾ ਮੰਡਾ ਚਾਲੂ ਰੱਖਣਾ ਕਿਸ ਭਾ ਪੈਂਦਾ ਸੀ। ਇਸਲਾਮ ਦੇ ਨਫੇ ਤੇ ਵਾਧੇ ਲਈ ਜੇ ਇਮਾਨਦਾਰੀ ਹੁੰਦੀ ਤਾਂ ਹੱਕ ਤੇ ਫਰਜ਼ ਬਣਦਾ ਸੀ ਕਿ ਸ਼ਸਤਰ ਬੰਨ੍ਹ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਜੂਝ ਮਰਦੇ ਜਾਂ ਸ਼ਹਿਰ ਦੀ ਹਿਫਾਜ਼ਤ ਕਰਦੇ ਮਰ ਜਾਂਦੇ। ਜਿਵੇਂ ਹੋਰਨਾਂ ਦੇ ਬੱਚੇ ਮਰਵਾਏ ਸਨ, ਇਸਲਾਮ ਲਈ ਜਰਾ ਆਪਣੇ ਵੀ ਮਰਵਾ ਕੇ ਵੇਂਦੇ ਕਿ ਕਿੰਨਾ ਕੁ ਰੰਗ ਵੱਜਦਾ ਹੈ। ਬੱਚੇ ਮਰਵਾਉਣ ਨੂੰ ਜੀ ਨਹੀਂ ਸੀ ਕਰਦਾ ਤਾਂ ਇੱਕ ਅੱਧਾ ਬੁੱਢਾ ਹੀ ਮਰਵਾ ਕੇ ਵੇਖ ਲੈਂਦੇ ਕਿ ਇਸਲਾਮ ਤੇ ਕਿੰਨਾ ਕੁ ਜੋਬਨ ਆਉਂਦਾ ਹੈ। ਉਸ ਵੇਲੇ ਤਾਂ ਖਵਾਜਾ ਮਾਸੂਮ ਦੇ ਟੱਬਰ ਦੇ ਕਿੰਨੇ ਹੀ ਜੀ ਕੀੜਿਆਂ ਵਾਂਗ ਤੁਰੇ ਫਿਰਦੇ ਸਨ। ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ, ਪਰ ਕੌਣ ਮਰਦਾ। ਮਰਨ ਲਈ ਹੁਣ ਤੱਕ ਮੂਰਖ ਬਣਾਏ ਮੁਸਲਮਾਨ ਥੋੜੇ ਸਨ। ਇਹ ਖਾਲਸੇ ਨੂੰ ਤੌਫੀਕ ਹੈ ਕਿ ਜੋ ਸ਼ਸਤਰ ਬੰਨ੍ਹ ਕੇ ਮੂਹਰੇ ਨਹੀਂ ਆਏ ਅਤੇ ਮੁਸੱਲਿਆਂ ਤੇ ਮੱਥੇ ਰਗੜਨ ਵਾਲੇ ਸਨ, ਉਂਝ ਭਾਵੇਂ ਧੁਖਣਾ ਦੇਣ ਵਾਲੇ ਅਤੇ ਮਾਨਵਤਾ ਦੇ ਖਲਵਾੜੇ ਨੂੰ ਅੱਗਾਂ ਲਾਉਣ ਵਾਲੇ ਇਹੋ ਹੀ ਹਨ। ਚਲੋ ਬਖਸ਼ ਦਿਓ, ਇਹ ਬਖਸ਼ ਦਿੱਤੇ ਗਏ ਅੱਜ ਵੀ ਬੈਠੇ ਹਨ, ਪਰ ਆਪਣਾ ਡੰਗ ਚਲਾਉਣੋਂ ਇਹ ਨਹੀਂ ਹਟੇ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 4। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।